ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 6 ਜੂਨ ਦਾ ਦਿਨ 1663 ਜਨਮ ਭਾਈ ਮੋਹਕਮ ਸਿੰਘ। ਗੁਰੂ ਸਾਹਿਬ ਵੱਲੋਂ 5 ਸਿਰਾਂ ਦੀ ਮੰਗ ਕਰਨ ਤੇ ਜਿਨ੍ਹਾਂ 5 ਸਿੰਘਾਂ ਨੇ ਸੀਸ ਪੇਸ਼ ਕੀਤੇ ਸਨ, ਉਨ੍ਹਾਂ 'ਚੋਂ ਇੱਕ ਭਾਈ ਮੋਹਕਮ ਸਿੰਘ ਦਾ ਜਨਮ 6 ਜੂਨ 1663 ਦੇ ਦਿਨ ਹੋਇਆ ਸੀ। ਭਾਈ ਮੋਹਕਮ ਸਿੰਘ 7 ਦਸੰਬਰ 1705 ਦੇ ਦਿਨ ਚਮਕੌਰ ਸਾਹਿਬ 'ਚ ਸ਼ਹੀਦ ਹੋਏ ਸਨ। 1923 ਬੱਬਰ ਅਕਾਲੀਆਂ ਨੇ ਮੁਖਬਰ ਮੁਹੰਮਦ ਅਤਾ ਮਾਰਿਆ। 6 ਜੂਨ 1923 ਦੇ ਦਿਨ ਬੱਬਰ ਅਕਾਲੀਆਂ ਨੇ ਨੰਦਾ ਚੌਰ ਦੇ ਮੁਖਬਰ ਮੁਹੰਮਦ ਅਤਾ ਨੂੰ ਕਤਲ ਕੀਤਾ। ਇਸ ਐਕਸ਼ਨ 'ਚ ਬੰਤਾ ਸਿੰਘ, ਦਲੀਪ ਸਿੰਘ ਧਾਮੀਆਂ, ਧੰਨਾ ਸਿੰਘ ਕੋਟਲੀ ਵੀ ਸ਼ਾਮਲ ਸਨ। 6 ਜੂਨ 1984 ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਤੇ ਹੋਰ ਸਿੱਖ ਸ਼ਹੀਦ। ਭਾਰਤੀ ਫੌਜ ਦਾ ਹਮਲਾ 4 ਜੂਨ ਨੂੰ ਸਵੇਰੇ 4:40 ਤੇ ਸ਼ੁਰੂ ਹੋਇਆ ਸੀ। 2 ਦਿਨਾਂ 'ਚ ਉਹ ਸਿਰਫ ਤੇਜਾ ਸਿੰਘ ਸਮੁੰਦਰੀ ਹਾਲ, ਸਰਾਵਾਂ ਤੇ ਲੰਗਰ ਤੇ ਹੀ ਕਾਬਜ਼ ਹੋ ਸਕੀ, ਪਰ ਜਦ ਫੌਜ ਨੇ ਟੈਂਕ ਲਿਆਂਦੇ ਤਾਂ ਪਰਿਕਰਮਾ ਦਾ ਕਾਫੀ ਹਿੱਸਾ ਇਸ ਦੇ ਕਬਜ਼ੇ 'ਚ ਆ ਚੁੱਕਾ ਸੀ। ਇਨ੍ਹਾਂ ਸਾਰੀਆਂ ਥਾਵਾਂ ਤੇ ਕਬਜ਼ਾ ਕਰਨ ਮਗਰੋਂ ਭਾਰਤੀ ਫੌਜ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ ਸਾਰਾ ਸਮਾਨ ਚੁੱਕ ਲਿਆ ਤੇ ਇਸ ਨੂੰ 200 ਤੋਂ ਵੱਧ ਬੋਰੀਆਂ, ਬਕਸਿਆਂ ਤੇ ਪੇਟੀਆਂ 'ਚ ਪਾ ਲਿਆ ਤੇ ਮਗਰੋਂ ਲਾਇਬ੍ਰੇਰੀ ਦੀਆਂ ਅਲਮਾਰੀਆਂ ਵਗੈਰਾ ਨੂੰ ਅੱਗ ਲਾ ਦਿੱਤੀ। ਇੰਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੇ ਰਿਕਾਰਡ ਵੀ ਫੌਜ ਨੇ ਚੁੱਕ ਲਏ ਤੇ ਇਨ੍ਹਾਂ ਇਮਾਰਤਾਂ ਨੂੰ ਵੀ ਅੱਗ ਲਾ ਦਿੱਤੀ। ਇਸ ਸਾਰੇ ਸਮੇਂ ਦੌਰਾਨ ਜੁਝਾਰੂ ਅਕਾਲ ਤਖਤ ਦੇ ਤਹਿਖਾਨੇ 'ਚੋਂ ਫੌਜ ਨਾਲ 2-2 ਹੱਥ ਕਰਦੇ ਰਹੇ। ਫੌਜ ਦਾ ਬਹੁਤ ਨੁਕਸਾਨ ਹੋ ਚੁੱਕਾ ਸੀ। 6 ਜੂਨ ਦੀ ਸਵੇਰ ਤੱਕ ਜੁਝਾਰੂਆਂ ਦਾ ਅਸਲਾ ਤਕਰੀਬਨ ਖਤਮ ਹੋ ਚੁੱਕਾ ਸੀ। ਹੁਣ ਸੰਤ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਨੇ ਸ਼ਹੀਦੀ ਦੇਣ ਦੀ ਅਰਦਾਸ ਕਰ ਲਈ ਤੇ ਤਖ਼ਤ ਸਾਹਿਬ ਦੇ ਤਹਿਖਾਨੇ 'ਚੋਂ ਬਾਹਰ ਆ ਕੇ ਫੌਜ ਤੇ ਗੋਲੀਆਂ ਚਲਾਉਣ ਲੱਗ ਪਏ। ਕੁਝ ਹੀ ਮਿੰਟਾਂ 'ਚ ਦੋਵੇਂ ਸ਼ਹੀਦ ਹੋ ਗਏ। ਇਸ ਸਮੇਂ ਕੁਝ ਜੁਝਾਰੂ ਅਕਾਲ ਤਖਤ ਦੇ ਬੁੰਗੇ ਦੇ ਨਾਲ ਲੱਗਦੀਆਂ ਇਮਾਰਤਾਂ 'ਚੋਂ ਕੰਧਾਂ ਟੱਪ ਕੇ ਨਿਕਲਣ 'ਚ ਕਾਮਯਾਬ ਵੀ ਹੋ ਗਏ। ਇਸ ਹਮਲੇ ਦੌਰਾਨ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਵੀ ਬਹੁਤ ਸਾਰੀਆਂ ਗੋਲੀਆਂ ਚਲਾਈਆਂ। ਇੱਥੇ ਤਕਰੀਬਨ 350 ਨਿਸ਼ਾਨ ਵੀ ਵੇਖੇ ਗਏ ਸਨ। ਭਾਰਤੀ ਫੌਜ ਦੀਆਂ 2 ਪਾਸਿਆਂ ਤੋਂ ਆਈਆਂ 2 ਗੋਲੀਆਂ ਨਾਲ ਕੀਰਤਨ ਕਰ ਰਹੇ ਇੱਕ ਭਾਈ ਅਵਤਾਰ ਸਿੰਘ ਪੁਰੋਵਾਲ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਮਗਰੋਂ ਉਹ ਸ਼ਹੀਦ ਹੋ ਗਏ ਸਨ। ਤੇ ਇੱਕ ਗੋਲੀ ਸਨ 1830 ਦੇ ਗੁਰੂ ਗ੍ਰੰਥ ਸਾਹਿਬ ਦੇ ਉਸ ਸਰੂਪ ਨੂੰ ਵੀ ਲੱਗੀ ਸੀ ਜਿਸ ਦਾ ਦਰਬਾਰ ਸਾਹਿਬ 'ਚ ਉਸ ਵੇਲੇ 4 ਜੂਨ ਦੀ ਸਵੇਰ ਨੂੰ ਪ੍ਰਕਾਸ਼ ਕੀਤਾ ਹੋਇਆ ਸੀ। ਇਸ ਥਾਂ ਤੇ ਗਿਆਨੀ ਪੂਰਨ ਸਿੰਘ, ਇੱਕ ਸੂਰਮਾ ਸਿੰਘ ਤੇ ਭਾਈ ਅਵਤਾਰ ਸਿੰਘ ਹਾਜ਼ਰ ਸਨ। ਇਸੇ ਦਿਨ ਫੌਜ ਨੇ ਦਰਬਾਰ ਸਾਹਿਬ ਦੀ ਤਲਾਸ਼ੀ ਵੀ ਲਈ ਸੀ। ਫੌਜ ਨੂੰ ਦਰਬਾਰ ਸਾਹਿਬ ਅੰਦਰੋਂ ਇੱਕ ਵੀ ਖਾੜਕੂ ਜਾਂ ਮਾੜਾ ਮੋਟਾ ਵੀ ਅਸਲਾ ਨਹੀਂ ਸੀ ਲੱਭਿਆ। 1984 ਹਜ਼ਾਰਾਂ ਸਿੱਖ ਫੌਜੀਆਂ ਨੇ ਦਰਬਾਰ ਸਾਹਿਬ ਤੇ ਹਮਲੇ ਵਿਰੁੱਧ ਬਗਾਵਤ ਕਰਕੇ ਬੈਰਕਾਂ ਛੱਡੀਆਂ। ਦਰਬਾਰ ਸਾਹਿਬ ਉੱਤੇ ਹਮਲੇ ਵਿਰੁੱਧ ਰੋਜ਼ਾਰ ਕਰਨ ਵਾਸਤੇ ਹਜ਼ਾਰਾਂ ਸਿੱਖ ਫੌਜੀਆਂ ਨੇ ਬਗਾਵਤ ਕਰਕੇ ਬੈਰਕਾਂ ਛੱਡ ਦਿੱਤੀਆਂ। 6 ਜੂਨ ਤੋਂ 10 ਜੂਨ ਵਿਚਕਾਰ ਰਾਮਗੜ੍ਹ ਬਿਹਾਰ 'ਚ ਸਿੱਖ ਰੈਜੀਮੈਂਟ, ਗੰਗਾਨਗਰ 'ਚ 9 ਸਿੱਖ, ਜੰਮੂ 'ਚ ਸਿੱਖ ਰੈਜੀਮੈਂਟ, ਅਲਵਰ 'ਚ ਤੋਪਖਾਨਾ ਰੈਜੀਮੈਂਟ, ਪੂਨਾ 'ਚ ਪੰਜਾਬ ਰੈਜੀਮੈਂਟ, ਕਲਕੱਤਾ 'ਚ ਸਿੱਖ ਰੈਜੀਮੈਂਟ, ਨਾਗਾਲੈਂਡ 'ਚ ਸਿੱਖ ਰੈਜੀਮੈਂਟ ਦੇ ਸਿੱਖ ਫੌਜੀਆਂ ਨੇ ਬਗਾਵਤ ਕੀਤੀ। ਸਿੱਖ ਫੌਜੀਆਂ 'ਚੋਂ ਬਹੁਤ ਸਾਰੇ ਸ਼ਹੀਦ ਹੋ ਗਏ ਤੇ ਬਾਕੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੇ ਮੁਕੱਦਮੇ ਚਲਾ ਕੇ ਸਖਤ ਸਜ਼ਾਵਾਂ ਦਿੱਤੀਆਂ ਗਈਆਂ। 1987 ਦਰਬਾਰ ਸਾਹਿਬ ਸੀਲ ਕੀਤਾ ਗਿਆ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਹਰੀਹਰ ਝੋਕ ਨੇ ਐਲਾਨ ਕੀਤਾ ਸੀ ਕਿ 6 ਜੂਨ 1987 ਦੇ ਦਿਨ ਦਰਬਾਰ ਸਾਹਿਬ 'ਚ ਘੱਲੂਘਾਰਾ ਦਿਨ ਮਨਾਇਆ ਜਾਏਗਾ। ਪੁਲਿਸ ਮੁਖੀ ਰੋਬੈਰੋ ਨੇ ਇਸ ਦਿਨ ਅੰਮ੍ਰਿਤਸਰ 'ਚ ਕਰਫਿਊ ਲਾ ਦਿੱਤਾ ਤੇ ਇੱਕ ਵੀ ਸਿੱਖ ਨੂੰ ਦਰਬਾਰ ਸਾਹਿਬ ਨਾ ਜਾਣ ਦਿੱਤਾ। 2001 17 ਸਾਲ ਝੂਠ ਬੋਲਣ ਮਗਰੋਂ ਭਿੰਡਰਾਂ ਮਹਿਤਾ ਜਥੇ ਦੇ ਬਹੁਤ ਸਾਰੇ ਆਗੂਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਹੀਦੀ ਮੰਨ ਲਈ। ਭਿੰਡਰਾਂ ਮਹਿਤਾ ਜਥਾ, ਜੋ ਆਪਣੇ ਆਪ ਨੂੰ 1977 ਤੋਂ ਦਮਦਮੀ ਟਕਸਾਲ ਕਹਿਣ ਲੱਗ ਪਿਆ ਹੈ, 1984 ਤੋਂ ਲਗਾਤਾਰ ਇਹੀ ਕਹਿੰਦਾ ਰਿਹਾ ਕਿ ਸੰਤ ਜਰਨੈਲ ਸਿੰਘ 6 ਜੂਨ 1984 ਦੇ ਦਿਨ ਸ਼ਹੀਦ ਨਹੀਂ ਸਨ ਹੋਏ ਤੇ ਖੁਫੀਆ ਰਸਤੇ ਰਾਹੀਂ ਦਰਬਾਰ ਸਾਹਿਬ 'ਚੋਂ ਨਿਕਲ ਕੇ ਚਲੇ ਗਏ ਸਨ। ਇਸ ਡੇਰੇ ਦੇ ਮੁਖੀ ਠਾਕਰ ਸਿੰਘ ਨੇ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਈ ਵਾਰ ਕਹੀ ਕਿ ਸੰਤ ਜਰਨੈਲ ਸਿੰਘ ਠੀਕ ਠਾਕ ਨੇ ਤੇ ਉਹਨਾਂ ਨਾਲ ਉਹਨਾਂ ਦਾ ਰਾਬਤਾ ਲਗਾਤਾਰ ਬਣਿਆ ਹੋਇਆ। ਉਹਨਾਂ ਨੇ ਤੇ ਉਹਨਾਂ ਦੇ ਡੇਰੇ ਦੇ ਬਾਕੀ ਆਗੂਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਹ ਝੂਠ ਲਗਾਤਾਰ 21 ਸਾਲ ਬੋਲਿਆ। ਅਖੀਰ ਇਹਨਾਂ 'ਚੋਂ ਬਹੁਤਿਆਂ ਨੇ ਸਣੇ ਸੰਤ ਜਰਨੈਲ ਸਿੰਘ ਜੀ ਦੇ ਪਰਿਵਾਰ ਨੇ 6 ਜੂਨ 2001 ਦੇ ਦਿਨ ਸੰਤ ਜਰਨੈਲ ਸਿੰਘ ਜੀ ਦੀ ਸ਼ਹੀਦੀ ਨੂੰ ਕਬੂਲ ਕਰ ਲਿਆ। ਇਹ ਸਨ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 6 ਜੂਨ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।